ਹਾਲੇਲੂਇਆ। ਹਾਲੇਲੂਇਆ। ਇੱਕ ਵਾਰੀ ਫੇਰ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਫਿਰ ਸਾਨੂੰ ਆਪਣੇ ਕਦਮਾਂ 'ਚ ਬਿਠਾਇਆ। ਮੈਂ ਇੱਕ ਬੇਨਤੀ ਕਰਨਾ ਚਾਹਾਂਗਾ, ਕੋਈ ਵੀ ਜਦੋਂ ਲਾਈਵ ਪ੍ਰੋਗਰਾਮ ਚੱਲ ਰਿਹਾ ਕੋਈ WhatsApp ਤੇ ਕਾਲ ਨਾ ਕਰੇ, ਕੋਈ ਵੀ ਕਾਲ ਨਾ ਕਰੇ। ਇਸ ਕਾਰਨ ਪਿੱਛੇ ਹੁਣ ਵੀ ਸਾਡੀ ਇਹ ਰਿਕਾਰਡਿੰਗ ਡਿਸਟਰਬ ਹੋਈ ਹੈ, ਦੁਬਾਰਾ ਫਿਰ ਲਾਈਵ ਹੋਣਾ ਪਿਆ ਸਾਨੂੰ। ਇਸ ਕਾਰਨ ਲਾਈਵ ਪ੍ਰੋਗਰਾਮ ਦੇ ਦੌਰਾਨ WhatsApp ਤੇ ਕਾਲ ਕਰਨ ਤੋਂ ਗੁਰੇਜ਼ ਕਰੋ ਤਾਂ ਕਿ ਦੂਸਰਿਆਂ ਦੇ ਨੁਕਸਾਨ ਦਾ ਕਾਰਨ ਨਾ ਬਣੋ ਤੁਸੀਂ। ਤੋ ਆਈਏ ਆਪਣੇ ਵਿਸ਼ੇ ਵੱਲ ਦੇ ਅਸੀਂ ਵਧਦੇ ਹਾਂ। ਪ੍ਰਭੂ ਦਾ ਧੰਨਵਾਦ, ਫਿਰ ਇੱਕ ਵਾਰ ਆਏ ਹਾਂ। ਤੋ ਅੱਜ ਦਾ ਸਾਡਾ ਵਿਸ਼ਾ ਆ 6 ਆਤਮਿਕ ਆਸ਼ੀਸ਼ਾਂ। ਇਸ ਤਰ੍ਹਾਂ ਪਹਿਲਾਂ ਵੀ ਅਸੀਂ ਗੱਲ ਕਰ ਰਹੇ ਸੀ ਕਿ ਸ਼ੈਤਾਨ ਦੁਨੀਆ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਸਰੀਰਕ ਤੌਰ ਤੇ ਆਸ਼ੀਸ਼ਾਂ ਦੇ ਕੇ ਜਾਂ ਸਰੀਰਕ ਤੌਰ ਤੇ ਬਰਕਤਾਂ ਦੇ ਕੇ ਉਹਨਾਂ ਨੂੰ ਉਹਨਾਂ ਚੀਜ਼ਾਂ 'ਚ ਉਲਝਾਈ ਰੱਖਣਾ ਚਾਹੁੰਦਾ ਹੈ ਕਿ ਕਦੇ ਵੀ ਤੁਸੀਂ ਆਪਣੇ ਸਰੀਰਕ ਆਸ਼ੀਸ਼ਾਂ ਤੋਂ ਅੱਗੇ ਸੋਚ ਹੀ ਨਾ ਸਕੋ, ਕਦੇ ਵੀ ਤੁਸੀਂ ਇਹਨਾਂ ਆਸ਼ੀਸ਼ਾਂ ਬਰਕਤਾਂ ਤੋਂ ਅੱਗੇ ਵੱਧ ਹੀ ਨਾ ਸਕੋ। ਇਸ ਕਾਰਨ ਅੱਜ ਦਾ ਜੋ ਵਿਸ਼ਾ ਆ ਉਹ ਸਾਡੀ ਆਤਮਿਕ ਆਸ਼ੀਸ਼ ਤੇ ਆਧਾਰਿਤ ਹੈ ਕਿ ਕਿਸ ਤਰ੍ਹਾਂ ਅਸੀਂ ਆਤਮਿਕ ਆਸ਼ੀਸ਼ਾਂ ਦੀ ਮਿਰਾਸ ਪਾਉਣੀ ਹੈ। ਔਰ ਉਹ ਆਤਮਿਕ ਆਸ਼ੀਸ਼ਾਂ ਹੈ ਕੀ ਨੇ ਜਿਹੜੀਆਂ ਪਰਮੇਸ਼ਰ ਨੇ ਸਾਡੇ ਲਈ ਰੱਖੀਆਂ ਹੋਈਆਂ ਨੇ। ਮੇਨ ਜੇਕਰ ਕੋਈ ਆਸ਼ੀਸ਼ ਹੈ ਨਾ ਦੁਨੀਆ ਤੇ, ਉਹ ਆਸ਼ੀਸ਼ ਹੈ ਆਤਮਿਕ ਆਸ਼ੀਸ਼। ਆਤਮਿਕ ਤੌਰ ਤੇ ਪਰਮੇਸ਼ਰ ਸਾਡੇ ਜੀਵਨਾਂ 'ਚ ਇਹ 6 ਕੰਮ ਕਰਦੇ ਨੇ ਜਿਨ੍ਹਾਂ ਨੂੰ ਅੱਜ ਅਸੀਂ ਵੇਖਣ ਲਈ ਜਾ ਰਹੇ ਹਾਂ। ਤਾਂ ਆਈਏ ਸਭ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਇਹਨਾਂ ਵਚਨਾਂ ਨੂੰ ਅਸੀਂ ਸਿੱਖਣ ਲਈ, ਸੁਣਨ ਲਈ ਔਰ ਪੜ੍ਹਨ ਲਈ ਜਾ ਰਹੇ ਹਾਂ। ਮੈਂ ਆਸ ਕਰਦਾ ਅੱਜ ਦਾ ਵਚਨ ਸੱਚਮੁੱਚ ਤੁਹਾਡੀ ਜ਼ਿੰਦਗੀਆਂ ਨੂੰ ਇੱਕ ਬਦਲਣ ਵਾਲਾ ਵਚਨ ਹੋਵੇਗਾ। ਤੁਹਾਡਾ ਧਿਆਨ ਜੋ ਅਸਲ 'ਚ ਚੀਜ਼ ਅਸੀਂ ਪ੍ਰਾਪਤ ਕਰਨੀ ਆ ਉਸ ਚੀਜ਼ ਵੱਲ ਹੋਏਗਾ। ਵਚਨ ਕਹਿੰਦਾ ਤੁਸੀਂ ਮੰਗਦੇ ਤੇ ਹੋ ਪਰ ਬਦਨੀਤੀ ਨਾ ਮੰਗਦੇ। ਜੋ ਤੁਹਾਨੂੰ ਮੰਗਣਾ ਚਾਹੀਦਾ ਉਹ ਤੁਸੀਂ ਮੰਗਦੇ ਨਹੀਂ, ਤੇ ਜੋ ਤੁਹਾਨੂੰ ਨਹੀਂ ਚਾਹੀਦਾ ਉਹ ਤੁਸੀਂ ਮੰਗਦੇ ਹੋ। ਅਸਲ 'ਚ ਪਰਮੇਸ਼ਰ ਸਾਨੂੰ ਇਹ 6 ਆਤਮਿਕ ਆਸ਼ੀਸ਼ਾਂ ਦੇਣਾ ਚਾਹੁੰਦਾ ਹੈ। ਇਸ ਕਾਰਨ ਪਰਮੇਸ਼ਰ ਅੱਜ ਆਪਣੇ ਵਚਨਾਂ ਦੁਆਰਾ ਸਾਡੇ ਨਾਲ ਗੱਲ ਕਰੇਗਾ। तो आइए पढ़ते हैं जी पहली आत्मिक आशीष। पहला पतरस 1 बाब उदा 1 और 2 वचन पढ़िए। पहला पतरस 1 बाब 1 और 2 वचन। पहली आत्मिक आशीष की है। हाँ जी। लिख तुम पतरस जेड़ा यीशु मसीह दा रसूल हां अगे जोग ओना परदेसियां नु जो पंतुस गलातिया कपदोकिया असिया अते बिथुठिया विच खिंडे हुए हन, जेड़े पिता परमेश्वर दे अगेतरे ज्ञान दे अनुसार आत्मा तो पवित्र होने नाल चुने हुए हन। पढ़ दिए दो आयत दोबारा पढ़ दिए। जेड़े पिता परमेश्वर दे अगेतरे ज्ञान दे अनुसार पवित्र आत्मा तो पवित्र होने नाल चुने हुए हन। परमेश्वर का वचन कहता आ पहली आत्मिक आशीष आ चुने जाना। पहली आत्मिक आशीष आ चुने जाना। परमेश्वर का धन्यवाद हो कि असी चुने गए हाँ। वचन कहता सद्दे होए ते बड़े ने पर चुने होए थोड़े ने। ये इस तरह आ कि मान लो जिस तरह कि किसी तरीके दे नाल किसी जॉब की इंटरव्यू दे लई कुछ कैंडीडेट बुलाए गए हैं, पर जॉब दे विच जो स्थान ने वो लिमिटेड ने। मान लो 100 लोगों की भर्ती आ और उत्थे हज़ारां ही लोग आवेदन पत्र दे के बुलाए जाते हैं, पर उन्हां विचों 100 ही चुने जाते हैं। इस करके परमेश्वर कहता सब तो पहली आशीष आ तुसी चुने जाओ। अपने चुनाव नूं पक्किया करो कि तुहाडा चुनिया जाना पक्का होया कि नहीं। असी किधर पै गए हैं, असी की चाहुंदे हैं, असी की चाह रहे हैं, किहड़ी आशीष दे पिछे असी पए हैं। कि शरीरक तौर ते असी फलवंत होना चाहुंदे हैं, कि शरीरक तौर ते आशीष पाउणा चाहुंदे हैं, कि धनी होना चाहुंदे हैं। सब तो वड्डी आशीष आ तुसी चुने जाओ।
ਪਰ ਉਹ ਚੁਣਾਵ ਕਿਹਦੇ ਵੱਲੋਂ? ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਕੀ ਕੀਤਾ ਆ? ਤੁਸੀਂ ਇਸ ਯੋਗ ਬਣੋ, ਆਪਣੇ ਆਪ ਨੂੰ ਐਸਾ ਪਵਿੱਤਰ, ਸਿੱਧ ਔਰ ਕਾਮਿਲ ਕਰੋ, ਪਰਮੇਸ਼ਰ ਤੁਹਾਨੂੰ ਚੁਣ ਲਵੇ। ਹਾਲੇਲੂਇਆ, ਹਾਲੇਲੂਇਆ। ਸਭ ਤੋਂ ਪਹਿਲੀ ਆਸ਼ੀਸ਼ ਕੀ ਆ? ਅਸੀਂ ਚੁਣੇ ਜਾਈਏ। ਤੋ ਜਿਹੜੇ ਚੁਣੇ ਗਏ ਨੇ ਉਹਨਾਂ ਨਾਲੋਂ ਆਸ਼ੀਸ਼ਿਤ ਇਨਸਾਨ ਇਸ ਧਰਤੀ ਤੇ ਕੋਈ ਵੀ ਨਹੀਂ ਆ। ਮੇਰੇ ਪਿਆਰੇ, ਤੁਸੀਂ ਜੋ ਇਸ ਸਮੇਂ ਇਹਨਾਂ ਵਚਨਾਂ ਦੇ ਅੱਗੇ ਬੈਠ ਕੇ ਇਹਨਾਂ ਵਚਨਾਂ ਨੂੰ ਸੁਣ ਰਹੇ ਹੋ, ਤੁਸੀਂ ਚੁਣੇ ਗਏ ਕਿ ਤੁਸੀਂ ਉਹਦੀ ਆਵਾਜ਼ ਨੂੰ ਸੁਣੋ। ਤੁਸੀਂ ਚੁਣੇ ਗਏ ਕਿ ਤੁਸੀਂ ਉਹਦੀ ਆਵਾਜ਼ ਤੇ ਕੰਨ ਲਾਓ। ਤੁਸੀਂ ਚੁਣੇ ਗਏ ਕਿ ਤੁਸੀਂ ਉਹਦੇ ਰਾਜ ਪਦ ਅਧਿਕਾਰੀ ਹੋਵੋ। ਇਸ ਕਰਕੇ ਯਾਦ ਰੱਖੋ, ਸਾਡੀਆਂ ਸਰੀਰਕ ਆਸ਼ੀਸ਼ਾਂ ਨਾਲੋਂ, ਸਾਡੀਆਂ ਸਰੀਰਕ ਬਰਕਤਾਂ ਨਾਲੋਂ, ਸਾਡੀ ਫਾਈਨੈਂਸ਼ੀਅਲ ਬਰਕਤ ਨਾਲੋਂ ਵੀ ਸਭ ਤੋਂ ਵੱਧ ਕੇ ਜ਼ਰੂਰੀ ਆ, ਸਭ ਤੋਂ ਵੱਡੀ ਆਸ਼ੀਸ਼ ਆ, ਅਸੀਂ ਚੁਣੇ ਜਾਈਏ। ਇਸ ਕਾਰਨ ਸ਼ੈਤਾਨ ਦੇ ਕਿਸੇ ਹੋਰ ਭੁਲੇਖੇ 'ਚ ਨਾ ਪਾਓ। ਸ਼ੈਤਾਨ ਬੜੇ ਤਰੀਕੇ ਨਾਲ ਭਰਮਾਏਗਾ। ਸਰੀਰਕ ਤੌਰ ਤੇ ਆਸ਼ੀਸ਼ਾਂ ਦਾ ਲਾਲਚ ਦੇਵੇਗਾ, ਸਰੀਰਕ ਤੌਰ ਤੇ ਬਰਕਤਾਂ ਦਾ ਲਾਲਚ ਦੇਵੇਗਾ। ਪਰ ਮੇਰੇ ਪਿਆਰਿਓ, ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਚੁਣਨਾ ਆ, ਮੈਂ ਤੁਹਾਨੂੰ ਚੁਣਾਂਗਾ। ਔਰ ਕਈਆਂ ਨੂੰ ਉਹਨੇ ਚੁਣ ਵੀ ਲਿਆ ਆ, ਔਰ ਜਿਹੜੇ ਨਹੀਂ ਚੁਣੇ ਗਏ ਉਹ ਇਸ ਗੱਲ ਲਈ ਪ੍ਰਾਰਥਨਾ ਕਰਨ, ਉਹ ਇਸ ਗੱਲ ਦੇ ਲਈ ਆਂਸੂ ਵਹਾਉਣ, ਪ੍ਰਭੂ ਤੂੰ ਮੈਨੂੰ ਚੁਣ ਲਾ, ਮੈਂ ਵੀ ਚੁਣਿਆ ਜਾਵਾਂ, ਮੈਂ ਵੀ ਉਸ ਚੁਣਾਵ ਚ ਆਵਾਂ। ਜਿਹਨੂੰ ਪ੍ਰਭੂ ਚੁਣਦਾ ਆ, ਇਹਦੇ ਤੋਂ ਵੱਡਾ ਸੁਭਾਗ ਕੋਈ ਨਹੀਂ। ਜਿਹਨੂੰ ਪ੍ਰਭੂ ਚੁਣਦਾ ਆ ਕਿ ਅੱਜ ਤੋਂ ਬਾਅਦ ਇਹ ਓਪਰਾ ਤੇ ਪਰਦੇਸੀ ਨਹੀਂ, ਇਹ ਹੁਣ ਮੇਰੇ ਸੰਤਾਂ ਦਾ ਵਤਨੀ ਤੇ ਪਰਮੇਸ਼ਰ ਦੇ ਘਰਾਣੇ ਦਾ, ਇਹਦੇ ਤੋਂ ਵੱਡਾ ਕੋਈ ਸੁਭਾਗ ਹੀ ਨਹੀਂ ਆ। ਅਸੀਂ ਸੰਤਾਂ ਦੇ ਵਤਨੀ, ਪਰਮੇਸ਼ਰ ਦੇ ਘਰਾਣੇ ਦੇ ਨਹੀਂ ਬਣਨਾ ਚਾਹੁੰਦੇ। ਅਸੀਂ ਬਣਨਾ ਚਾਹੁੰਦੇ ਆ ਕਿ ਅਸੀਂ ਇਸ ਸੰਸਾਰ ਦੇ ਵੱਡੇ ਘਰਾਣੇ ਦੇ ਹੋ ਜਾਈਏ। ਸਾਡਾ ਧਨ ਦੌਲਤ ਵੱਧ ਜਾਏ, ਸਾਡੀ ਸਰੀਰਕ ਤੌਰ ਤੇ ਆਸ਼ਾ ਵੱਧ ਜਾਣ, ਸਾਨੂੰ ਲੋਕ ਕਹਿਣ ਕਿ ਇਹ ਬਹੁਤ ਆਸ਼ੀਸ਼ ਪਾਏ ਲੋਕ ਨੇ, ਇਹ ਬਹੁਤ ਪਰਮੇਸ਼ਰ ਚ ਅੱਗੇ ਵਧੇ ਲੋਕ ਨੇ। ਪਰ ਮੇਰੇ ਪਿਆਰੇ, ਜੇਕਰ ਤੁਸੀਂ ਚੁਣੇ ਨਹੀਂ ਗਏ, ਇਹ ਆਸ਼ੀਸ਼ਾਂ ਦੇ ਨਾਲ ਹੀ ਤੁਸੀਂ ਬਰਬਾਦ ਹੋ ਜਾਵੋਗੇ। ਪਹਿਲੀ ਆਸ਼ੀਸ਼ ਪਰਮੇਸ਼ਰ ਦਾ ਦਾਸ ਪਤਰਸ ਕੀ ਕਹਿੰਦਾ? ਅਸੀਂ ਉਹਦੇ ਅਗੇਤੇ ਗਿਆਨ ਦੇ ਲਈ ਆਤਮਾ ਤੋਂ ਸ਼ੁੱਧ ਹੋਣ ਦੇ ਲਈ ਕੀ ਕੀਤੇ ਗਏ ਹਾਂ? ਪੜ੍ਹੀਏ। ਜਿਹੜੇ ਪਿਤਾ ਪਰਮੇਸ਼ਵਰ ਦੇ ਅਗੇਤਰੇ ਗਿਆਨ ਦੇ ਅਨੁਸਾਰ ਹਾਂ, ਆਤਮਾ ਤੋਂ ਪਵਿੱਤਰ ਹੋਣ ਨਾਲ ਚੁਣੇ ਹੋਏ ਹਨ। ਆਤਮਾ ਤੋਂ ਪਵਿੱਤਰ ਹੋਣ ਦੇ ਨਾਲ ਕੀ ਕੀਤੇ ਗਏ ਨੇ? ਚੁਣੇ ਗਏ ਨੇ। ਕਿ ਉਹਨਾਂ ਨੂੰ ਚੁਣ ਲਿਆ। ਪਰਮੇਸ਼ਰ ਦਾ ਆਤਮਾ ਉਹਨਾਂ ਨੂੰ ਪਵਿੱਤਰ, ਸਿੱਧ ਔਰ ਹੁਣ ਕਾਮਿਲ ਕਰੇਗਾ। ਇਹ ਤੁਹਾਡਾ ਪਹਿਲੀ ਆਸ਼ੀਸ਼ ਕਿ ਤੁਸੀਂ ਚੁਣੇ ਜਾਓ। ਅਗਲੀ ਦੂਸਰੀ ਆਸ਼ੀਸ਼ ਕੀ ਹੈ? ਪੜ੍ਹੀਏ ਜੀ, ਪਹਿਲਾ ਪਤਰਸ 1:3। ਮੁਬਾਰਕ ਹੈ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਪਰਮੇਸ਼ਰ ਹਾਂ, ਅਤੇ ਪਿਤਾ ਜਿਨੇ ਆਪਣੀ ਅਤ ਦਇਆ ਦੇ ਅਨੁਸਾਰ। ਕਹਿੰਦਾ ਪਿਤਾ ਔਰ ਪ੍ਰਭੂ ਯਿਸੂ, ਇਹ ਦੋਨੋਂ ਮੁਬਾਰਕ ਨੇ। ਕਿਉਂ ਇਹਨਾਂ ਨੂੰ ਮੁਬਾਰਕ ਕਿਹਾ ਜਾ ਰਿਹਾ ਆ? ਜਿਨ੍ਹਾਂ ਨੇ ਆਪਣੀ ਅਤ ਦਇਆ ਦੇ ਅਨੁਸਾਰ, ਹਾਂ, ਯੀਸ਼ੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ, ਯੀਸ਼ੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜਿਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ। ਸਾਨੂੰ ਜਿਉਂਦੀ ਆਸ ਦਿੱਤੀ ਆ। ਕੀ ਦਿੱਤੀ ਆ ਜੀ? ਸਾਨੂੰ ਜਿਉਂਦੀ ਆਸ। ਪਹਿਲੀ ਆਸ਼ੀਸ਼ ਸੀ ਅਸੀਂ ਚੁਣੇ ਗਏ। ਹੁਣ ਦੂਸਰੀ ਆਸ਼ੀਸ਼ ਆ, ਸਾਨੂੰ ਕੀ ਦੇ ਦਿੱਤੀ ਉਹਨੇ? ਇੱਕ ਜਿਉਂਦੀ ਆਸ। ਉਹ ਜਿਉਂਦੀ ਆਸ ਕੀ ਆ? ਉਹ ਜਿਉਂਦੀ ਆਸ ਕਿਹਦੇ ਨਾਲ ਸੰਬੰਧ ਰੱਖਦੀ ਆ? ਜਿਹਦੇ ਬਾਰੇ ਪਰਮੇਸ਼ਰ ਦਾ ਵਚਨ ਕਹਿ ਰਿਹਾ, ਮੁਬਾਰਕ ਹੈ ਸਾਡਾ ਪ੍ਰਭੂ ਯਿਸੂ ਮਸੀਹ ਔਰ ਮੁਬਾਰਕ ਹੈ ਸਾਡਾ ਪ੍ਰਭੂ ਪਰਮੇਸ਼ਰ, ਜਿਨਨੇ ਕੀ ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦੇ ਰਾਹੀਂ। ਪੜੋ ਦੁਬਾਰਾ। ਮੁਬਾਰਕ ਹੈ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਪਰਮੇਸ਼ਰ ਅਤੇ ਪਿਤਾ ਜਿਨੇ ਆਪਣੀ ਅਤ ਦਇਆ ਦੇ ਅਨੁਸਾਰ ਯੀਸ਼ੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ, ਯੀਸ਼ੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜਿਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਸਾਨੂੰ ਦਿੱਤਾ। ਜਿਉਂਦੀ ਆਸ ਦਿੱਤੀ ਆ। ਉਹ ਜਿਉਂਦੀ ਆਸ ਕੀ ਆ? ਉਹ ਜਿਉਂਦੀ ਇਹ ਆਸ ਆ ਕਿ ਇੱਕ ਦਿਨ ਸਾਡਾ ਪਰਮੇਸ਼ਰ ਆਵੇਗਾ, ਸਾਡਾ ਦੁਲਹਾ ਆਏਗਾ, ਅਸੀਂ ਇੱਕ ਦੁਲਹਨ ਦੀ ਤਰ੍ਹਾਂ ਉਹਦੇ ਨਾਲ ਕੀ ਕੀਤੇ ਜਾਵਾਂਗੇ? ਇਹ ਹੋਣ ਵਾਲਾ ਆ। ਦੁਨੀਆ ਚਾਹੇ ਇਹਨੂੰ ਮਜ਼ਾਕੀ ਰੂਪ ਚ ਲਵੇ, ਦੁਨੀਆ ਚਾਹੇ ਇਹਦੇ ਬਾਰੇ ਜੋ ਮਰਜ਼ੀ ਸੋਚੇ, ਦੂਸਰੇ ਧਰਮ ਚਾਹੇ ਇਹਦੇ ਬਾਰੇ ਜੋ ਮਰਜ਼ੀ ਕਹਿਣ, ਪਰ ਪਰਮੇਸ਼ਰ ਦਾ ਵਚਨ ਜੋ ਕਹਿੰਦਾ ਸਾਡੇ ਲਈ ਇੱਕ ਜਿਉਂਦੀ ਆਸ ਆ। ਇੱਕ ਦਿਨ ਉਹ ਆਏਗਾ,
ਅਸੀਂ ਸਭ ਦੇ ਸਭ ਜੋ ਤਿਆਰ ਨੇ, ਜਿਹੜੇ ਚੁਣੇ ਗਏ ਨੇ, ਕਿ ਉਹ ਪਵਿੱਤਰ ਆਤਮਾ ਦੇ ਦੁਆਰਾ ਉਹਨਾਂ ਦਾ ਸ਼ੁੱਧੀਕਰਨ ਹੋਵੇ ਔਰ ਇਸ ਗੱਲ ਦੇ ਲਈ ਤਿਆਰ ਰਹਿਣ ਕਿ ਉਹਨਾਂ ਦੇ ਜੀਵਨਾਂ ਦੇ ਵਿੱਚ ਇਹ ਜਿਉਂਦੀ ਆਸ ਪੂਰੀ ਹੋਵੇ। ਚੁਣੇ ਗਏ ਇੱਕ ਦਿਨ ਉਠਾਏ ਜਾਣਗੇ। ਇਹ ਜਿਉਂਦੀ ਹੈ, ਇਹ ਆਸ ਕਦੀ ਮਰੇਗੀ ਨਹੀਂ, ਇਹ ਆਸ ਕਦੀ ਮਿਟੇਗੀ ਨਹੀਂ। ਦੂਸਰਾ ਕਿ ਜੇਕਰ ਤੁਸੀਂ ਉਹਦੇ ਆਉਣ ਤੋਂ ਪਹਿਲਾਂ ਪਰਮੇਸ਼ਰ ਤੁਹਾਡੇ ਜੀਵਨ 'ਚ ਜੋ ਕੰਮ ਕਰਨਾ ਉਹ ਕਰ ਲੈਂਦਾ ਹੈ, ਪਰਮੇਸ਼ਰ ਤੁਹਾਨੂੰ ਤਿਆਰ ਕਰ ਲੈਂਦਾ, ਤੁਸੀਂ ਇਸ ਦੁਨੀਆ ਨੂੰ ਛੱਡ ਕੇ ਪਰਮੇਸ਼ਰ ਦੇ ਕੋਲ ਚਲੇ ਜਾਂਦੇ ਹੋ। ਸਰੀਰਕ ਤੌਰ ਤੇ ਤੁਹਾਡੀ ਡੈਥ ਹੋ ਗਈ, ਆਰਾਮ 'ਚ ਚਲੇ ਗਏ ਤੁਸੀਂ, ਫੇਰ ਵੀ ਇੱਕ ਆਸ ਆ। ਜੇ ਜਿਉਂਦੇ ਹੋ ਤੇ ਜਿਉਂਦੇ ਉਹਦੇ ਨਾਲ ਕੀ ਕੀਤੇ ਜਾਵੋਗੇ? ਪਰ ਜੇ ਮਰ ਗਏ ਹੋ, ਜੇ ਆਰਾਮ 'ਚ ਪ੍ਰਵੇਸ਼ ਕਰ ਗਏ ਹੋ, ਤੁਹਾਡੀਆਂ ਕਬਰਾਂ ਖੁੱਲ ਜਾਣਗੀਆਂ। ਇਹ ਖੁੱਲਣਗੀਆਂ, ਦੁਨੀਆ ਵੇਖੇਗੀ ਇਹ ਜੋ ਕਹਿੰਦੇ ਸੀ ਇਹ ਸੱਚ ਆ। ਮੇਰੇ ਪਿਆਰਿਓ, ਤੁਸੀਂ ਐਸਾ ਧਰਮੀ ਜੀਵਨ ਬਤੀਤ ਕਰੋ ਕਿ ਮਰਨ ਤੋਂ ਬਾਅਦ ਦੁਨੀਆ ਦੇ ਲਈ ਇੱਕ ਨਮੂਨਾ ਛੱਡ ਕੇ ਜਾਓ। ਲੋਕ ਮਰਨ ਤੋਂ ਬਾਅਦ ਆਪਣੀ ਕਬਰ ਤੇ ਲਿਖਾਉਂਦੇ ਨੇ ਫਲਾਣਾ ਫਲਾਣਾ ਇੰਨੇ ਸਾਲ ਤੋਂ ਇੰਨੇ ਸਾਲ ਤੱਕ ਜੀਆ, ਥੱਲੇ ਕਦੇ ਆਇਤ ਲਿਖ ਦਿੰਦੇ ਨੇ। ਪਰ ਮੈਂ ਚਾਹੁੰਦਾ ਜੇ ਧਰਮੀ ਮਰੇ ਉਹ ਇਹ ਲਿਖੇ ਕਿ ਜਿੱਦਣ ਪ੍ਰਭੂ ਯਿਸੂ ਮਸੀਹ ਆਏਗਾ ਇਹ ਕਬਰ ਖੁੱਲ ਜਾਏਗੀ। ਇਹ ਆ ਇੱਕ ਜਿਉਂਦੀ ਆਸ। ਜੇ ਇਹ ਕੰਮ ਤੁਹਾਡੇ ਜੀਵਨ 'ਚ ਨਹੀਂ ਹੋ ਰਿਹਾ ਤਾਂ ਤੁਸੀਂ ਆਸ਼ੀਸ਼ ਤਾਂ ਨਹੀਂ ਹੈ। ਬੇਸ਼ੱਕ ਸੰਸਾਰਿਕ ਤੌਰ ਤੇ, ਸਰੀਰਕ ਤੌਰ ਤੇ ਤੁਹਾਨੂੰ ਕੁਝ ਵੀ ਕਿਉਂ ਨਾ ਮਿਲ ਜਾਵੇ, ਪਰ ਜੇ ਤੁਹਾਡੇ ਕੋਲ ਇਹ ਆਸ ਨਹੀਂ ਆ ਨਾ, ਤੁਹਾਡੇ ਕੋਲ ਕੁਝ ਵੀ ਨਹੀਂ ਆ। ਤੁਹਾਡੇ ਕੋਲ ਇਹ ਆਸ ਨਹੀਂ ਆ ਕਿ ਯਿਸੂ ਮਸੀਹ ਅੱਜ ਆ ਜਾਂਦਾ, ਅਸੀਂ ਉਠਾਏ ਜਾਵਾਂਗੇ, ਤੁਹਾਡੇ ਕੋਲ ਕੁਝ ਨਹੀਂ। ਤੁਸੀਂ ਦੁਨੀਆ ਦੇ ਸਭ ਤੋਂ ਕੰਗਾਲ ਮਨੁੱਖ ਹੋ, ਦੁਨੀਆ ਦੇ ਸਭ ਤੋਂ ਮੰਦਭਾਗੇ ਮਨੁੱਖ ਹੋ, ਦੁਨੀਆ ਤੋਂ ਸਭ ਤੋਂ ਤਰਸਯੋਗ ਮਨੁੱਖ ਹੋ। ਜੇ ਤੁਹਾਡੇ ਕੋਲ ਇਹ ਆਸ ਨਹੀਂ ਆ ਕਿ ਮੈਨੂੰ ਮੌਤ ਦਾ ਡਰ ਨਹੀਂ ਆ, ਵਿਸ਼ਵਾਸੀ ਮੌਤ ਤੋਂ ਨਹੀਂ ਡਰਦਾ ਕਿਉਂਕਿ ਉਹਨੂੰ ਪਤਾ ਮੈਂ ਮਰ ਵੀ ਜਾਊਂਗਾ, ਮੇਰੀ ਕਬਰ ਖੁੱਲ ਜਾਵੇਗੀ। ਦੁਨੀਆ ਦੇ ਸਭ ਤੋਂ ਧਨੀ ਮਨੁੱਖ ਤੁਸੀਂ ਜੀ। ਬੇਸ਼ੱਕ ਇਸ ਦੁਨੀਆ ਦਾ ਤੁਹਾਡੇ ਕੋਲ ਕੁਛ ਨਾ ਹੋਵੇ, ਪਰ ਜੇ ਇਹ 6 ਆਤਮਿਕ ਆਸ਼ਾਂ ਤੁਹਾਡੇ ਕੋਲ ਆ ਨਾ, ਤੇ ਤੁਸੀਂ ਸੱਚਮੁੱਚ ਸਵਰਗੀ ਜੇ, ਤੁਸੀਂ ਸੱਚਮੁੱਚ ਆਸ਼ੀਸ਼ ਪਾਏ ਇਨਸਾਨ ਜੇ। 2 ਆਤਮਿਕ ਆਸ਼ਾਂ ਦੇਖੀਆਂ, ਚੁਣੇ ਗਏ ਆ। ਨੰਬਰ 2, ਸਾਨੂੰ ਇੱਕ ਕੀ ਦਿੱਤੀ ਆ? ਜਿਉਂਦੀ ਆਸ ਦਿੱਤੀ ਆ। ਪੜ੍ਹੀਏ ਦੁਬਾਰਾ। ਤੀਸਰੀ ਆਸ਼ੀਸ਼ ਕੀ ਆ? ਪਹਿਲਾ ਪੱਤਰ 6 ਦੀ 3 ਹੀ ਪੜ੍ਹੀਏ ਦੁਬਾਰਾ। ਹਾਂ, ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਅਤੇ ਪਿਤਾ, ਜਿਨੇ ਆਪਣੀ ਅਤ ਦਇਆ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜਿਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ। ਉਸ ਜਿਉਂਦੀ ਆਸ ਦੇ ਲਈ ਫਿਰ ਨਵੇਂ ਸਿਰਿਓਂ ਕੀ ਦਿੱਤਾ ਆ? ਤੀਸਰੀ ਆਤਮਿਕ ਆਸ਼ੀਸ਼ ਆ, ਸਾਨੂੰ ਪਰਮੇਸ਼ਰ ਨੇ ਨਵੇਂ ਸਿਰਿਓਂ ਕੀ ਦਿੱਤਾ ਆ? ਜਨਮ ਦਿੱਤਾ। ਇਹ ਕਿਉਂ ਹੋਇਆ? ਕਿਉਂਕਿ ਜਿਸ ਦਿਨ ਆਦਮ ਤੇ ਹਵਾ ਨੇ ਪਾਪ ਕੀਤਾ ਸੀ, ਪਰਮੇਸ਼ਰ ਦੇ ਕਹਿਣ ਦੇ ਅਨੁਸਾਰ, ਕਿਉਂਕਿ ਪਰਮੇਸ਼ਰ ਨੇ ਕਿਹਾ ਸੀ ਜਿਸ ਦਿਨ ਤੂੰ ਉਹ ਫਲ ਖਾਏਗਾ ਤੂੰ ਕੀ ਹੋ ਜਾਏਗਾ? ਉਸ ਦਿਨ ਇਨਸਾਨ ਸਰੀਰਕ ਤੌਰ ਤੇ ਨਹੀਂ ਮਰਿਆ, ਪਰ ਆਤਮਿਕ ਤੌਰ ਤੇ ਕੀ ਹੋ ਗਿਆ ਸੀ? ਫਿਰ ਕਦੇ ਵੀ ਉਹ ਜੀ ਨਹੀਂ ਸੀ ਸਕਦਾ, ਕਿਉਂਕਿ ਪਰਮੇਸ਼ਰ ਦੀ ਬਾਣੀ ਆ, ਪਰਮੇਸ਼ਰ ਦੀ ਬਾਣੀ ਪੂਰੀ ਹੁੰਦੀ ਆ, ਪਰਮੇਸ਼ਰ ਦੀ ਆਵਾਜ਼ ਪੂਰੀ ਹੁੰਦੀ ਆ। ਇਨਸਾਨ ਆਦਮ ਤੋਂ ਸ਼ੁਰੂਆਤ ਹੋ ਕੇ ਇਨਸਾਨ ਦੀ ਆਤਮਿਕ ਮੌਤ ਹੋ ਚੁੱਕੀ ਸੀ। ਪ੍ਰਭੂ ਯਿਸੂ ਮਸੀਹ ਆਇਆ, ਯਿਸੂ ਮਸੀਹ ਦੇ ਦੁਆਰਾ ਉਹਨੇ ਇੱਕ ਸਾਨੂੰ ਆਸ਼ੀਸ਼ ਦਿੱਤੀ। ਅਸੀਂ ਸੋਚਦੇ ਯਿਸੂ ਮਸੀਹ ਨੇ ਲੰਗੜੇ ਚੰਗੇ ਕੀਤੇ, ਲੰਗੜਿਆਂ ਨੂੰ ਆਸ਼ੀਸ਼ ਮਿਲ ਗਈ। ਅਸੀਂ ਸੋਚਦੇ ਯਿਸੂ ਮਸੀਹ ਨੇ ਅੰਨੇ ਚੰਗੇ ਕੀਤੇ, ਅੰਨਿਆਂ ਨੂੰ ਆਸ਼ੀਸ਼ ਮਿਲ ਗਈ। ਪਰ ਅਸਲੀ ਆਸ਼ੀਸ਼ ਇਹ ਆ, ਯਿਸੂ ਮਸੀਹ ਨੇ ਸਾਡੇ ਵਾਸਤੇ ਕੀਤਾ ਕੀ? ਪੜ੍ਹੀਏ ਜੀ, ਯੋਹੰਨਾ ਦੀ ਇੰਜੀਲ 3 ਬਾਬ ਉਹਦਾ 3 ਵਚਨ। ਅਸਲੀ ਆਤਮਿਕ ਆਸ਼ੀਸ਼ ਆ, ਨਵੇਂ ਸਿਰਿਓਂ ਅਸੀਂ ਜਨਮ ਪਾਏ ਗਏ। ਹਾਂਜੀ, ਯਿਸੂ ਨੇ ਉਹਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ 2 ਤੋਂ ਪੜ੍ਹ ਲਓ। ਉਹ ਰਾਤ ਨੂੰ ਯਿਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ, ਸਵਾਮੀ ਜੀ, ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਨਿਕੋਦੇਮਸ ਪ੍ਰਭੂ ਯਿਸੂ ਮਸੀਹ ਦੇ ਕੋਲ ਆਇਆ ਔਰ ਕਹਿੰਦਾ, ਪ੍ਰਭੂ ਅਸੀਂ ਜਾਣਦੇ ਹਾਂ ਕਿ ਤੁਸੀਂ ਕੌਣ ਹੋ? ਹਾਂ, ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਰ ਦੀ ਵੱਲੋਂ ਆਏ ਹੋ, ਕਿਉਂਕਿ ਇਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ
ਕੋਈ ਵੀ ਨਹੀਂ ਵਿਖਾ ਸਕਦਾ ਹਾਂਜੀ ਜੇ ਪਰਮੇਸ਼ਰ ਉਹਦੇ ਨਾਲ ਨਾ ਹੋਵੇ। ਹਾਂ ਯੀਸ਼ੂ ਨੇ ਉਹਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਉਹਨੇ ਸਾਨੂੰ ਨਵੇਂ ਸਿਰਿਓਂ ਜਨਮਣ ਦਾ ਇੱਕ ਹੋਰ ਮੌਕਾ ਦੇ ਦਿੱਤਾ। ਜੋ ਇਨਸਾਨ ਅਦਨ ਦੇ ਬਾਗ ਦੇ ਵਿੱਚ ਨਰਕ ਦੀ ਅੱਗ ਦਾ ਵਾਰਸ ਬਣ ਗਿਆ ਸੀ, ਜਿਸ ਉੱਤੇ ਉਹ ਨਰਕ ਦੀ ਅੱਗ ਦਾ ਦੰਡ ਆ ਗਿਆ ਸੀ, ਪਰਮੇਸ਼ਰ ਨੇ ਫੇਰ ਉਹਨੂੰ ਇੱਕ ਆਸ਼ੀਸ਼ ਦਿੱਤੀ। ਉਹ ਆਸ਼ੀਸ਼ ਦਾ ਨਾਮ ਕੀ ਆ? ਉਹਨੇ ਇੱਕ ਯੋਜਨਾ ਬਣਾਈ, ਉਹਨੇ ਇੱਕ ਇੰਤਜ਼ਾਮ ਕੀਤਾ ਕਿ ਇਸ ਮਰੇ ਇਨਸਾਨ ਨੂੰ ਨਵੇਂ ਸਿਰਿਓਂ ਕੀਤਾ ਜਾਏਗਾ, ਦੁਬਾਰਾ ਜਨਮ ਦਿੱਤਾ ਜਾਏਗਾ। ਕਿ ਤੁਹਾਡਾ ਦੁਬਾਰਾ ਜਨਮ ਹੋ ਗਿਆ? ਕਿ ਤੁਸੀਂ ਨਵੇਂ ਸਿਰਿਓਂ ਜਨਮ ਗਏ ਹੋ? ਨਵੇਂ ਸਿਰਿਓਂ ਕਿਸ ਤਰ੍ਹਾਂ ਜਨਮਦੇ ਨੇ? ਪੜ੍ਹੀਏ ਜੀ ਵਚਨ 3:5। ਨਹੀਂ ਪਹਿਲਾ ਯੋਹੰਨਾ ਦੀ ਇੰਜੀਲ 3:5। ਯੀਸ਼ੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਔਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦਾ। ਹਾਲੇਲੂਇਆ ਹਾਲੇਲੂਇਆ। ਤੀਸਰੀ ਆਤਮਿਕ ਆਸ਼ੀਸ਼ ਆ, ਤੁਸੀਂ ਬਪਤਿਸਮੇ ਦੇ ਦੁਆਰਾ ਤੇ ਪਵਿੱਤਰ ਆਤਮਾ ਦੇ ਪਾਉਣ ਦੇ ਦੁਆਰਾ ਨਵਾਂ ਜਨਮ ਪਾ ਚੁੱਕੇ ਹੋ। ਇਹ ਤੋਂ ਵੱਡੀ ਆਸ਼ੀਸ਼ ਹੈ ਕੋਈ? ਮਰ ਗਏ ਸੀ, ਆਤਮਿਕ ਤੌਰ ਤੇ ਡੈਡ ਸੀ, ਪਰ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਚੁਣ ਲਿਆ ਤੇ ਚੁਣ ਕੇ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਦੁਬਾਰਾ ਸਾਡਾ ਨਵੇਂ ਸਿਰਿਓਂ ਹੋ ਸਕੇ, ਜਨਮ ਹੋ ਸਕੇ। ਮੇਰੇ ਪਿਆਰਿਓ, ਕਿਸੇ ਹੋਰ ਆਸ਼ੀਸ਼ ਬਰਕਤ ਵੱਲ ਨਾ ਦੌੜੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸੱਚਮੁੱਚ ਕੋਈ ਆਸ਼ੀਸ਼ ਮਿਲੇ, ਨਵੇਂ ਸਿਰਿਓਂ ਜਨਮਣ ਦੀ ਆਸ਼ੀਸ਼ ਪਾਓ। ਇਹ ਆਸ਼ੀਸ਼ ਪ੍ਰਭੂ ਯਿਸੂ ਮਸੀਹ ਨੇ ਸਾਡੇ ਸਾਰਿਆਂ ਦੇ ਲਈ ਦਿੱਤੀ ਹੈ। ਜੋ ਚੁਣੇ ਗਏ ਨੇ ਇਸ ਆਸ਼ੀਸ਼ ਦੇ ਵੱਲ ਦੌੜਨਗੇ, ਜਿਹੜੇ ਨਹੀਂ ਚੁਣੇ ਗਏ ਉਹ ਸਰੀਰਕ ਆਸ਼ੀਸ਼, ਸਰੀਰਕ ਬਰਕਤਾਂ, ਸੰਸਾਰ ਦਾ ਕੂੜਾ ਕਰਕਟ ਇਕੱਠਾ ਕਰਨ ਲਈ ਦੌੜਨਗੇ। ਇਸ ਕਰਕੇ ਹਮੇਸ਼ਾ ਆਪਣਾ ਧਿਆਨ ਆਤਮਿਕ ਆਸ਼ੀਸ਼ਾਂ ਦੇ ਵੱਲ ਲਗਾਉਂਦੇ ਰਹੋ। ਆਪਣੀ ਚੋਣ ਨੂੰ ਪੱਕਿਆਂ ਕਰੋ ਔਰ ਜਿਉਂਦੀ ਆਸ ਤੁਹਾਨੂੰ ਮਿਲੇ। ਔਰ ਤੀਸਰਾ, ਨਵੇਂ ਸਿਰਿਓਂ ਹੋ ਜਾਓ, ਜਨਮ ਜਾਓ। ਇਸ ਤੋਂ ਵੱਡੀ ਕੋਈ ਵੀ ਆਸ਼ੀਸ਼ ਨਹੀਂ ਹੈ। ਅੱਗੇ ਪੜ੍ਹਦੇ ਹਾਂ ਜੀ, ਪੰਜਵੀਂ ਆਸ਼ੀਸ਼, ਪਹਿਲਾ ਪਤਰਸ 1:4। ਅਰਥਾਤ ਉਸ ਅਵਿਨਾਸ਼ੀ, ਨਿਰਮਲ ਅਤੇ ਨਾ ਕਮਲਾਉਣ ਵਾਲੇ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਹੈ। ਹੁਣ ਚੌਥਾ ਕੀ ਆ? ਇੱਕ ਅਧਿਕਾਰ ਆ। ਪਹਿਲੀ ਆਸ਼ੀਸ਼ ਸੀ ਅਸੀਂ ਚੁਣੇ ਗਏ, ਦੂਸਰੀ ਆਸ਼ੀਸ਼ ਆ ਸਾਨੂੰ ਜਿਉਂਦੀ ਆਸ ਦਿੱਤੀ ਗਈ, ਤੀਸਰੀ ਆਸ਼ੀਸ਼ ਆ ਸਾਨੂੰ ਨਵੇਂ ਸਿਰਿਓਂ ਦਿੱਤਾ ਗਿਆ, ਔਰ ਚੌਥੀ ਆਸ਼ੀਸ਼ ਆ ਸਾਨੂੰ ਅਧਿਕਾਰੀ ਬਣਾਇਆ ਗਿਆ, ਉਹ ਵੀ ਸਵਰਗ ਰਾਜ ਦੇ। ਜੇਕਰ ਕੋ ਮੰਨ ਲਓ ਇੱਥੇ ਮਿਨਿਸਟਰ ਬਣ ਜਾਂਦਾ, ਜੇ ਇੱਥੇ ਕੋਈ ਐਮਐਲਏ ਬਣ ਜਾਂਦਾ, ਉਹ ਸੋਚਦਾ ਮੈਨੂੰ ਪਰਮੇਸ਼ਰ ਨੇ ਕੀ ਦੇ ਦਿੱਤੀ ਆ, ਬੜੀ ਆਸ਼ੀਸ਼ ਦੇ ਦਿੱਤੀ ਆ। ਪਰ ਆਤਮਿਕ ਲੋਕਾਂ ਨੂੰ ਪੁੱਛ ਕੇ ਵੇਖੋ, ਆਤਮਿਕ ਲੋਕਾਂ ਨੂੰ ਪੁੱਛੋ, ਆਤਮਿਕ ਲੋਕ ਇਸ ਧਰਤੀ ਦੀ ਅਧਿਕਾਰਤਾ ਨਹੀਂ ਚਾਹੁੰਦੇ, ਇਸ ਧਰਤੀ ਦੇ ਅਧਿਕਾਰੀ ਨਹੀਂ ਬਣਨਾ ਚਾਹੁੰਦੇ। ਆਤਮਿਕ ਲੋਕ ਸਵਰਗ ਦੇ ਅਧਿਕਾਰੀ ਬਣਨਾ ਚਾਹੁੰਦੇ ਨੇ। ਹਾਲੇਲੂਇਆ। ਜਿਹੜੇ ਸਵਰਗ ਦਾ ਅਧਿਕਾਰੀ ਬਣ ਗਿਆ ਆ, ਉਹਦੇ ਤੋਂ ਵੱਡੀ ਕੋਈ ਵੀ ਪਦਵੀ ਹੈ ਹੀ ਨਹੀਂ ਹੈ। ਅਧਿਕਾਰ ਕਿੱਥੇ ਦਿੱਤਾ ਗਿਆ ਸਾਨੂੰ? ਸਵਰਗ ਦੇ ਵਿੱਚ। ਔਰ ਉਹ ਅਧਿਕਾਰ ਕੈਸਾ ਆ? ਪੜ੍ਹੀਏ ਜੀ। ਅਰਥਾਤ ਉਸ ਅਵਿਨਾਸ਼ੀ, ਉਹ ਸਭ ਤੋਂ ਪਹਿਲਾਂ ਕੀ ਆ? ਅਵਿਨਾਸ਼ੀ। ਉਹ ਕਦੇ ਖਤਮ ਹੋਣ ਵਾਲਾ ਨਹੀਂ। ਜਿਸ ਤਰ੍ਹਾਂ ਦਾ ਸਾਡਾ ਜੀਵਨ ਅਵਿਨਾਸ਼ੀ ਹੋ ਜਾਏਗਾ ਨਾ, ਉਸ ਤਰ੍ਹਾਂ ਸਾਡਾ ਅਧਿਕਾਰ ਵੀ ਕੀ ਹੋ ਜਾਵੇਗਾ। ਹੁਣ ਇੱਥੋਂ ਦੇ ਅਧਿਕਾਰ ਮਿਲਦੇ, ਮੰਨ ਲਓ ਕੋਈ ਐਮਐਲਏ ਬਣ ਗਿਆ ਜਾਂ ਪ੍ਰਾਈਮ ਮਿਨਿਸਟਰ ਬਣ ਗਿਆ, ਤੋਂ ਵੱਧ 5 ਸਾਲ ਦੇ ਲਈ। 5 ਸਾਲ ਤੋਂ ਬਾਅਦ ਉਹਦਾ ਅਧਿਕਾਰ ਕੀ ਹੋ ਜਾਏਗਾ? ਨਾਸ਼ ਹੋ ਜਾਏਗਾ। 2-3 ਸਾਲ ਉਹ ਆਪਣੇ ਅਧਿਕਾਰੀ ਪਦ ਦਾ ਮਜ਼ਾ ਉਠਾਏਗਾ, ਪਰ ਆਖਰੀ 2 ਸਾਲ 1.5 ਸਾਲ ਉਹਨੂੰ ਇਹੀ ਚਿੰਤਾ ਲੱਗੀ ਰਹੇਗੀ, ਪਤਾ ਨਹੀਂ ਗਾਂ ਮੈਨੂੰ ਅਧਿਕਾਰ ਮਿਲਣਾ ਵੀ ਆ ਜਾਂ ਨਹੀਂ। ਪਰ ਜਿਹੜਾ ਸਾਨੂੰ ਅਧਿਕਾਰ ਮਿਲਿਆ ਉਹ ਅਵਿਨਾਸ਼ੀ ਆ, ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ। ਅਵਿਨਾਸ਼ੀ, ਹਾਂ, ਨਿਰਮਲ, ਔਰ ਉਹ ਨਿਰਮਲ ਆ। ਉਹ ਪਰਮੇਸ਼ਰ ਨੇ ਸਾਨੂੰ ਇਸ ਯੋਗ ਬਣਾਇਆ ਸੀ, ਸਾਨੂੰ ਚੁਣਿਆ ਤੇ ਤਾਂ ਹੀ ਕੀ ਕੀਤਾ, ਉਹ ਅਧਿਕਾਰ ਸਾਨੂੰ ਮਿਲਿਆ। ਅੱਗੇ, ਅਤੇ ਨਾ ਕਮਲਾਉਣ ਵਾਲੇ, ਔਰ ਨਾ ਕੀ ਕਮਲਾਉਣ ਵਾਲਾ। ਨਾ ਕਮਲਾਉਣ ਵਾਲਾ ਕਹਿਣ ਤੋਂ ਮਤਲਬ ਉਹਦਾ ਪ੍ਰਭਾਵ, ਉਹਦਾ ਅਸਰ ਕਦੇ ਵੀ ਘਟਦਾ ਨਹੀਂ। ਤੁਸੀਂ ਫੁੱਲ ਦੇਖਦੇ, ਫੁੱਲ ਸਵੇਰੇ ਖਿੜਿਆ ਹੁੰਦਾ ਹੈ,
ਔਰ ਬੜਾ ਸੋਹਣਾ ਲੱਗਦਾ ਹੈ, ਪਰ ਕੁਝ ਦੇਰ ਬਾਅਦ ਸ਼ਾਮ ਨੂੰ ਉਹੀ ਫੁੱਲ ਕੀ ਹੋ ਜਾਂਦਾ, ਕੁਮਲਾ ਜਾਂਦਾ। ਫੁੱਲ ਤੇ ਫੁੱਲ ਹੀ ਆ, ਪਰ ਫੁੱਲ ਦੇ ਵਿੱਚ ਉਹ ਜਾਨ ਜਾਂ ਉਹ ਖੂਬਸੂਰਤੀ ਜਾਂ ਉਹ ਸੋਹਣਾਪਨ ਕੀ ਨਹੀਂ ਕੀਤਾ, ਨਹੀਂ ਰਿਹਾ। ਪਰ ਜਿਹੜਾ ਤੁਹਾਨੂੰ ਅਧਿਕਾਰ ਮਿਲੇਗਾ ਨਾ, ਉਹ ਹਮੇਸ਼ਾ ਕਾਇਮ ਰਹੇਗਾ, ਉਹ ਕੁਮਲਾਏਗਾ ਨਹੀਂ। ਉਹ ਅਧਿਕਾਰ ਆ ਤੇ ਸੱਚਮੁੱਚ ਤੁਸੀਂ ਅਧਿਕਾਰੀ ਸਦਵਾਓਗੇ ਵੀ, ਅਖਵਾਓਗੇ ਵੀ। ਕਿਹੜੇ ਅਧਿਕਾਰੀ? ਪਰਮੇਸ਼ਰ ਦੇ ਰਾਜ ਦੇ ਅਧਿਕਾਰੀ। ਇਸ ਕਰਕੇ ਮੇਰੇ ਪਿਆਰਿਓ, ਇਹਨਾਂ ਆਤਮਿਕ ਆਸ਼ਾਂ ਦੇ ਵੱਲ ਧਿਆਨ ਲਾਓ। ਇੱਥੇ ਬੇਸ਼ੱਕ ਸਾਨੂੰ ਕੋਈ ਪਦਵੀ ਮਿਲੇ ਨਾ ਮਿਲੇ, ਇੱਥੇ ਬੇਸ਼ੱਕ ਸਾਡੀ ਨਿੰਦਿਆ, ਬਦਨਾਮੀ, ਅਪਮਾਨ ਹੋਵੇ, ਇੱਥੇ ਸਾਡੀ ਕੋਈ ਇੱਜ਼ਤ ਕਰੇ ਨਾ ਕਰੇ, ਪਰ ਯਾਦ ਰੱਖੋ ਸਵਰਗ 'ਚ ਤੁਸੀਂ ਅਧਿਕਾਰੀ ਹੋ, ਸਵਰਗ 'ਚ ਤੁਹਾਨੂੰ ਅਧਿਕਾਰ ਮਿਲੇਗਾ। ਇਹ ਆਸ਼ੀਸ਼ਾਂ ਦੇ ਵੱਲ ਖਿਆਲ ਲਾਓ। ਅੱਗੇ ਪੜ੍ਹਦੇ ਹਾਂ ਜੀ, 5ਵੀਂ ਆਸ਼ੀਸ਼, ਪਹਿਲਾ ਪਤਰਸ 1:6। ਇਹਦੇ ਵਿੱਚ ਤੁਸੀਂ ਵੱਡਾ ਆਨੰਦ ਕਰਦੇ ਹੋ। ਹਾਂ, ਹੁਣ ਕਹਿੰਦਾ ਇੱਕ ਗੱਲ ਜੋ ਅੱਗੇ ਪਰਮੇਸ਼ਰ ਦਾ ਵਚਨ ਦੱਸਿਆ ਜਾ ਰਿਹਾ ਨਾ, ਇਹ ਜੋ ਪੰਜਵੀਂ ਆਸ਼ੀਸ਼ ਹੈ, ਕਹਿੰਦਾ ਇਹ ਆਸ਼ੀਸ਼ ਤੁਹਾਡੇ ਲਈ ਵੱਡੇ ਆਨੰਦ ਦਾ ਕਾਰਨ ਆ। ਕਿਉਂ? ਹਾਂ, ਭਾਵੇਂ ਹੁਣ ਥੋੜਾ ਕੁ ਚਿਰ ਜੇਕਰ ਲੋੜੀਂਦਾ ਹੋਵੇ, ਕਹਿੰਦਾ ਜੇਕਰ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਥੋੜਾ ਕੁ ਚਿਰ ਪਰਮੇਸ਼ਰ ਨੂੰ ਜ਼ਰੂਰਤ ਪਵੇ, ਹਾਂ, ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋ। ਕਹਿੰਦਾ ਕੀ ਪਰਮੇਸ਼ਰ ਤੁਹਾਡੇ ਤੇ ਭਾਂਤ ਭਾਂਤ ਦੇ ਪਰਤਾਵੇ ਪਾ ਸਕਦਾ ਜੇ ਲੋੜ ਪਵੇ ਤੇ? ਇਹਦਾ ਮਤਲਬ ਕੀ ਆ? ਪਰਮੇਸ਼ਰ ਦੇ ਲਈ ਦੁੱਖ ਚੱਲਣਾ। ਪੰਜਵੀਂ ਆਤਮਿਕ ਆਸ਼ੀਸ਼ ਕੀ ਆ? ਪਰਮੇਸ਼ਰ ਦੇ ਲਈ ਕੀ ਚੱਲ ਰਹੇ ਆ? ਕੀ ਕਹਿ ਰਿਹਾ? ਦੁਬਾਰਾ ਪੜ੍ਹੀ ਜਰਾ, ਇਹਨੂੰ ਹਿੰਦੀ ਚ ਪੜੋ। ਪਹਿਲਾ पत्रस 1:6 इस कारण तुम मगन होते हो, हाँ, जबकि अवश्य है कि अभी कुछ दिन के लिए नाना प्रकार की परीक्षाओं के कारण दुख में हो। हाँ, पंजाबी पढ़ दो जरा फिर। ਇਹਦੇ ਵਿੱਚ ਤੁਸੀਂ ਵੱਡਾ ਆਨੰਦ ਕਰਦੇ ਹੋ, ਭਾਵੇਂ ਹੁਣ ਥੋੜਾ ਚਿਰ ਜੇਕਰ ਲੋੜੀਂਦਾ ਹੋਵੇ, ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋ। ਕਹਿੰਦਾ ਜੇਕਰ ਪਰਮੇਸ਼ਰ ਨੂੰ ਲੋੜ ਪਵੇ, ਜੇ ਜ਼ਰੂਰਤ ਪਵੇ, ਤੇ ਪਰਮੇਸ਼ਰ ਤੁਹਾਡੇ ਤੇ ਕੁਝ ਕੀ ਕਰ ਸਕਦਾ ਹੈ? नाना प्रकार की परीक्षा। ਕੁਝ ਕਸ਼ਟ ਕਰ ਸਕਦਾ ਹੈ, ਕੁਝ ਦੁੱਖ ਤੁਹਾਡੇ ਤੇ ਕੀ ਕਰ ਸਕਦਾ? ਦੇ ਸਕਦਾ ਤੁਹਾਨੂੰ। ਪਰ ਇਹ ਵੀ ਇੱਕ ਬੜਾ ਵੱਡਾ ਸੁਭਾਗ ਆ, ਸਾਨੂੰ ਪਰਮੇਸ਼ਰ ਦੇ ਲਈ ਕੀ ਚੱਲਣਾ ਪਵੇ? ਦੁੱਖ ਚੱਲਣਾ ਪਵੇ। ਮੈਂ ਜਦੋਂ ਵਚਨ ਪੜ੍ਹਦਾ, ਪ੍ਰਭੂ ਯਿਸੂ ਮਸੀਹ ਦੀ ਸਲੀਬ ਦਾ ਦੁੱਖ ਪੜ੍ਹਦਾ ਹਾਂ, ਉਹਦੇ ਵਿੱਚ ਇੱਕ ਗੱਲ ਆ ਜੋ ਮੈਨੂੰ ਬਹੁਤ ਅੱਛੀ ਲੱਗਦੀ ਹੈ, ਕਿ ਜਦੋਂ ਯਿਸੂ ਮਸੀਹ ਆਪਣੀ ਸਲੀਬ ਚੁੱਕ ਕੇ ਗੁਲਗਥਾ ਵੱਲ ਜਾ ਰਹੇ ਸੀ, ਤਾਂ ਲਿਖਿਆ ਇੱਕ ਕਰੇਨੀ ਮਨੁੱਖ ਆਇਆ। ਉਸ ਸ਼ਮਾਉਨ ਕਰੇਨੀ ਨੂੰ, ਉਹਦਾ ਨਾਂ ਸੀ ਸ਼ਮਾਉਨ, ਉਸ ਸ਼ਮਾਉਨ ਕਰੇਨੀ ਨੂੰ ਥੋੜਾ ਚਿਰ ਯਿਸੂ ਮਸੀਹ ਦੀ ਕੀ ਚੁਕਾਈ ਗਈ ਆ? ਸਲੀਬ। ਕਿਹਦੀ ਸਲੀਬ ਚੁੱਕੀ ਉਹਨੇ? ਯਿਸੂ ਮਸੀਹ। ਉਹਨੇ ਯਿਸੂ ਮਸੀਹ ਦੇ ਲਈ ਥੋੜੀ ਦੇਰ ਦੁੱਖ ਚੱਲਿਆ, ਉਹ ਸਲੀਬ ਨੂੰ ਚੁੱਕ ਕੇ ਉਚਾਈ ਤੇ ਗਿਆ ਆ। ਉਹ ਸਮੇਂ ਦਾ ਜਦੋਂ ਸਲੀਬ ਦਿੱਤੀ ਜਾ ਰਹੀ ਆ, ਮੈਂ ਸੋਚਦਾ ਆ ਉਹ ਸਮੇਂ ਦਾ ਸਭ ਤੋਂ ਆਸ਼ਿਸ਼ਤ ਮਨੁੱਖ ਉਹ ਆ ਜਿਨੇ ਯਿਸੂ ਦੇ ਕਾਰਨ ਥੋੜੀ ਜੀ ਕੀ ਕੀਤੀ ਆ। ਪਰ ਉਸ ਤੋਂ ਬਾਅਦ ਜਦੋਂ ਸਤਾਵਟ ਆਈ ਹੈ, ਜਦੋਂ ਕਲੀਸਿਆ ਤੇ ਸਤਾਵਟ ਆਈ ਹੈ, ਪੌਲੁਸ, ਪਰਮੇਸ਼ਰ ਦੇ ਸਾਰੇ ਚੇਲੇ, ਸਭਨਾਂ ਨੇ ਕੀ ਚੱਲਿਆ? ਦੁੱਖ ਚੱਲਿਆ। ਫਿਰ ਇੱਕ ਦੂਸਰੇ ਨੂੰ ਤਸੱਲੀ ਦੇ ਰਹੇ, ਕਹਿੰਦੇ ਜਿਹੜਾ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਲੱਗਾ ਹੋਇਆ, ਤੇ ਤੂੰ ਕੀ ਨਾ ਕਰਿਓ, ਅਚਰਜ ਨਾ ਕਰੋ। ਇਹ ਤੁਹਾਡੇ ਜੀਵਨ ਚ ਆਉਣ ਵਾਲੀ ਦੁੱਖ ਪਰੇਸ਼ਾਨੀ ਹੀ ਤੇ ਤੁਹਾਨੂੰ ਸਵਰਗ ਰਾਜ ਦੇ ਕੀ ਬਣਾ ਰਹੀ ਆ? ਅਧਿਕਾਰੀ ਬਣਾ ਰਹੀ ਹੈ। ਸਾਡੇ ਜੀਵਨ ਚ ਦੁੱਖ ਕਸ਼ਟ ਦੂਰ ਹੋ ਜਾਏ, ਅਸੀਂ ਕਹਿੰਦੇ ਆਸ਼ੀਸ਼ ਮਿਲ ਗਈ। ਪਰ ਇੱਥੇ ਕੀ ਆ ਰਿਹਾ? ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ? ਪਰਮੇਸ਼ਰ ਦੀ ਖਾਤਰ ਦੁੱਖ ਝੱਲਿਆ, ਜਾਂ ਤੁਸੀਂ ਪਰਮੇਸ਼ਰ ਦੇ ਲਈ ਦੁੱਖ ਚੱਲ ਰਹੇ ਹੋ, ਇਹ ਇੱਕ ਆਤਮਿਕ ਆਸ਼ੀਸ਼ ਆ। ਇਹਦੇ ਤੋਂ ਵੱਡੀ ਕੋਈ ਆਸ਼ੀਸ਼ ਨਹੀਂ ਕਿ ਕਿਹਦੇ ਕਾਰਨ ਦੁੱਖ ਚੱਲੋ। ਯਿਸੂ ਮਸੀਹ। ਹਾਲੇਲੂਇਆ, ਹਾਲੇਲੂਇਆ। ਅੱਗੇ ਪੜ੍ਹਦੇ ਹਾਂ ਜੀ, ਨੰਬਰ 6 ਆਸ਼ੀਸ਼, ਪਹਿਲਾ ਪਤਰਸ 1:10 ਵਚਨ। ਇਸੇ ਮੁਕਤੀ ਦੇ ਵਿਖੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਜਿਨ੍ਹਾਂ ਉਸ ਕਿਰਪਾ ਦੇ ਵਿਖੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਅਗੰਮ ਵਾਕ ਕੀਤਾ। ਕਹਿੰਦਾ ਇਸ, ਦੁਬਾਰਾ ਪੜ੍ਹੀਏ, ਇਸੇ ਮੁਕਤੀ ਦੇ ਵਿਖੇ, ਇਸੇ ਮੁਕਤੀ ਦੇ ਵਿਖੇ ਉਹਨਾਂ ਨਬੀਆਂ ਨੇ, ਹੁਣ ਤੁਹਾਨੂੰ ਕੀ ਮਿਲ ਗਈ ਆ? ਮੁਕਤੀ।
ਇਸੇ ਮੁਕਤੀ ਦੇ ਵੇਲੇ ਲਈ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਵੱਡੀ ਭਾਲ ਤੇ ਖੋਜ ਵਿਚਾਰ ਕੀਤੀ ਸੀ, ਜਿਨ੍ਹਾਂ ਉਸ ਕਿਰਪਾ ਦੇ ਵਿਖੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਅਗੰਮ ਵਾਕ ਕੀਤਾ। ਇਸ ਮੁਕਤੀ ਦੀ ਕਿਰਪਾ ਦਾ ਤੁਹਾਡੇ ਲਈ ਕੀ ਕੀਤਾ ਸੀ? ਅਗੰਮ ਵਾਕ ਕੀਤਾ। ਕਿ ਤੁਹਾਨੂੰ ਸਭ ਤੋਂ ਵੱਡਾ ਗਿਫਟ, ਤੁਹਾਨੂੰ ਸਭ ਤੋਂ ਵੱਡੀ ਮਿਰਾਸ ਕੀ ਮਿਲੀ ਆ? ਮੁਕਤੀ। ਕਿ ਸਾਨੂੰ ਮੁਕਤੀ ਮਿਲ ਗਈ ਹੈ, ਅਸੀਂ ਚੁਣੇ ਗਏ ਆ, ਜਿਉਂਦੀ ਆਸ ਹੈ ਸਾਨੂੰ, ਨਵੇਂ ਸਿਰਿਓਂ ਜਨਮ ਪਾਏ ਆ, ਅਧਿਕਾਰ ਮਿਲਿਆ, ਕੋਈ ਪ੍ਰਭੂ ਦੇ ਲਈ ਦੁੱਖ ਉਠਾ ਰਹੇ ਆ, ਮੁਕਤੀ ਮਿਲ ਗਈ। ਜੇ ਇਹ ਚੀਜ਼ਾਂ ਨਹੀਂ ਮਿਲੀਆਂ ਨਾ, ਅਸੀਂ ਇਸ ਸੰਸਾਰ ਦੇ ਸਭ ਤੋਂ ਮੰਦਭਾਗੇ ਇਨਸਾਨ ਆ, ਇਸ ਸੰਸਾਰ ਦੇ ਸਭ ਤੋਂ ਤਰਸਯੋਗ ਇਨਸਾਨ ਹੈ। ਪਰਮੇਸ਼ਰ ਦਾ ਵਚਨ ਇੱਕ ਜਗ੍ਹਾ ਕਹਿੰਦਾ ਨਾ, ਜੇਕਰ ਨਿਰੀ ਤੁਸੀਂ ਇਸੇ ਜੀਵਨ ਤੇ ਹੀ, ਇਸ ਜੀਵਨ ਤੱਕ ਜਾਂ ਜਦ ਤੱਕ ਤੁਸੀਂ ਜਿਉਂਦੇ ਹੋ ਤਦ ਤੱਕ ਦੇ ਲਈ ਹੀ ਤੁਸੀਂ ਪਰਮੇਸ਼ਰ ਤੇ ਆਸ ਰੱਖੀ ਹੈ ਨਾ, ਤੇ ਤੁਸੀਂ ਇਸ ਸੰਸਾਰ ਦੇ ਸਭ ਤੋਂ ਤਰਸਵਾਨ ਯੋਗ ਇਨਸਾਨ ਹੋ। ਭਾਈ ਮੈਂ ਬੜੀ ਵਾਰ ਪਹਿਲਾਂ ਵੀ ਦੱਸ ਚੁੱਕਿਆ, ਮਸੀਹੀਅਤ ਮਰਨ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਹ ਤੇ ਟ੍ਰੇਲਰ ਆ, ਪਰ ਇਹਦੇ ਵਿੱਚ ਤੁਸੀਂ ਇਹਨਾਂ 6 ਆਸ਼ਾਂ ਦੇ ਅਧਿਕਾਰੀ ਬਣਨਾ। ਚੁਣੇ ਜਾਓ, ਜਿਉਂਦੀ ਆਸ ਹੋਵੇ, ਨਵੇਂ ਸਿਰਿਓਂ ਜਨਮ ਪਾਏ ਹੋਏ, ਅਧਿਕਾਰ ਪਾਏ ਹੋਏ, ਪ੍ਰਭੂ ਲਈ ਦੁੱਖ ਚੱਲਣ ਲਈ ਤਿਆਰ, ਔਰ ਕਿਰਪਾ ਦਾ ਵੱਡਾ ਧਨ ਜਿਹਦਾ ਨਾਮ ਆ ਮੁਕਤੀ, ਉਹ ਪਾਏ ਹੋਏ ਹੋ, ਤੇ ਤੁਸੀਂ ਇਸ ਸੰਸਾਰ ਦੇ ਸਭ ਤੋਂ ਆਸ਼ੀਸ਼ਿਤ ਇਨਸਾਨ ਹੋ। ਇਹ ਸੀ ਉਹ 6 ਆਤਮਿਕ ਆਸ਼ੀਸ਼ਾਂ। ਪਰ ਇਹਨਾਂ 6 ਆਤਮਿਕ ਆਸ਼ਾਂ ਦੇ ਨਾਲ ਹੁਣ 6 ਹੁਕਮ ਵੀ ਨੇ, ਉਹ ਵੀ ਜਿਹੜਾ ਅੱਜ ਅਸੀਂ ਗੌਰ ਕਰਾਂਗੇ। ਉਹ ਇਹਨਾਂ ਆਸ਼ਾਂ ਦੇ ਨਾਲ ਪਰਮੇਸ਼ਰ ਕਿਹੜੇ 6 ਹੁਕਮ ਦੱਸਦੇ ਨੇ। ਪੜ੍ਹਦੇ ਹਾਂ ਜੀ, ਪਹਿਲਾ ਪਤਰਸ 1 ਬਾਬ ਉਹਦਾ 13 ਤੋਂ ਲੈ ਕੇ 15 ਤੱਕ, 1 ਤੋਂ ਲੈ ਕੇ 10 ਤੱਕ ਇਹ 6 ਆਸ਼ਾਂ ਦਸੀਆਂ ਨੇ, ਔਰ 13 ਤੋਂ ਲੈ ਕੇ 15 ਤੱਕ ਉਹ 6 ਹੁਕਮ ਦੱਸੇ ਨੇ। ਹਾਂਜੀ, ਇਸ ਲਈ ਤੁਸੀਂ ਆਪਣੀ ਬੁੱਧ ਦਾ ਲੱਕ ਬੰਨ ਕੇ, ਕਹਿੰਦਾ ਇਸ ਲਈ ਹੁਣ ਤੁਸੀਂ ਆਪਣਾ ਲੱਕ ਬੁੱਧ ਨਾਲ ਕੀ ਕਰ ਲਓ? ਬੰਨ ਲਓ। ਹੁਣ ਤੁਸੀਂ ਸਮਝਦਾਰ ਹੋ ਜਾਓ। ਸਮਝਦਾਰ ਹੋਣ ਤੋਂ ਭਾਵ ਕਿ ਹੁਣ ਤੁਹਾਨੂੰ ਪਤਾ ਹੋਵੇ, ਹੁਣ ਤੁਹਾਨੂੰ ਸਮਝ ਹੋਵੇ ਕਿ ਤੁਹਾਡੇ ਜੀਵਨ 'ਚ ਚੱਲ ਕੀ ਰਿਹਾ, ਹੁਣ ਤੁਹਾਨੂੰ ਸਮਝ ਹੋਵੇ ਤੁਸੀਂ ਕਰ ਕੀ ਰਹੇ ਹੋ, ਹੁਣ ਤੁਹਾਨੂੰ ਸਮਝ ਹੋਵੇ ਤੁਸੀਂ ਕਿੱਥੇ ਜਾ ਰਹੇ ਹੋ। ਇਸ ਕਾਰਨ ਆਪਣਾ ਲੱਕ ਕਿਹਦੇ ਨਾਲ ਬੰਨ ਲਓ? ਹੁਣ ਪਹਿਲਾ ਹੁਕਮ ਕੀ ਆ? ਇਹ ਆਸ਼ੀਸ਼ਾਂ ਪਾਉਣ ਤੋਂ ਬਾਅਦ ਆਪਣਾ ਲੱਕ ਬੁੱਧ ਦੇ ਨਾਲ ਬੰਨ ਲਓ। ਇਸ ਲਈ ਤੁਸੀਂ ਆਪਣੀ ਬੁੱਧ ਦਾ ਲੱਕ ਬੰਨ ਕੇ ਸੁਚੇਤ ਰਹੋ। ਔਰ ਸੁਚੇਤ ਰਹੋ ਮਤਲਬ ਚੌਕੰਨੇ ਰਹੋ। ਕੋਈ ਤੁਹਾਨੂੰ ਧੋਖਾ ਨਾ ਦੇਵੇਗੀ, ਕੋਈ ਤੁਹਾਨੂੰ ਐਵੇਂ ਤੇ ਸਰੀਰਕ ਆਸ਼ਾ ਬਰਕਤਾਂ ਦਾ ਧੋਖਾ ਦੇ ਕੇ ਤੁਹਾਨੂੰ ਤੁਹਾਡੇ ਅਸਲੀ ਮਾਰਗ ਤੋਂ ਭਟਕਾ ਨਾ ਦੇਵੇ। ਇਸ ਲਈ ਸਮਝਦਾਰ ਹੋਵੋ ਔਰ ਸੁਚੇਤ ਬਣੋ, ਕਿਤੇ ਸ਼ੈਤਾਨ ਤੁਹਾਨੂੰ ਧੋਖਾ ਨਾ ਦੇ ਦੇਵੇ, ਕਿਉਂਕਿ ਸ਼ੈਤਾਨ ਇਸ ਸੰਸਾਰ ਦੇ ਮੋਹ ਇੱਛਾ ਦੇ ਦੁਆਰਾ ਤੁਹਾਨੂੰ ਧੋਖਾ ਦੇਣ ਲਈ ਆਵੇਗਾ। ਹਾਂਜੀ, ਅਤੇ ਉਸ ਕਿਰਪਾ ਦੀ ਪੂਰੀ ਆਸ ਰੱਖੋ। ਫਿਰ ਜਿਹੜੀ ਤੁਹਾਡੇ ਤੇ ਕਿਰਪਾ ਹੋਈ ਆ ਉਹਦੀ ਵੀ ਕੀ ਰੱਖੋ? ਪੂਰੀ ਆਸ ਰੱਖੋ। ਹਾਂਜੀ, ਜਿਹੜੀ ਯਿਸੂ ਮਸੀਹ ਦੇ ਪ੍ਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ। ਹਾਂਜੀ, ਅਤੇ ਆਗਿਆਕਾਰ ਬੱਚਿਆਂ ਵਾਂਗੂ। ਫਿਰ ਚੌਥਾ ਕੀ ਹੈ? ਆਗਿਆਕਾਰ ਬੱਚਿਆਂ ਵਾਂਗੂ। ਪਹਿਲਾ ਕੀ ਸੀ? ਬੁੱਧ ਨਾਲ ਕੀ ਬਣ ਲਓ? ਆਪਣੇ ਸਮਝਦਾਰ ਹੋ ਜਾਓ। ਦੂਸਰਾ, ਸੁਚੇਤ ਰਹੋ। ਤੀਸਰਾ ਹੁਕਮ ਕੀ ਆ? ਕਿਰਪਾ ਦੀ ਕੀ ਰੱਖੋ? ਪੂਰੀ ਆਸ ਰੱਖੋ। ਚੌਥਾ, ਅਤੇ ਆਗਿਆਕਾਰ ਬੱਚਿਆਂ ਵਾਂਗੂ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ। ਹੁਣ ਆਗਿਆਕਾਰ ਬੱਚੇ ਵਾਂਗੂ ਪਹਿਲਾ ਚੌਥਾ ਕੀ ਆ? ਆਗਿਆਕਾਰ ਬਣ ਜਾਵੋ। ਪੰਜਵਾਂ ਹੁਕਮ ਕੀ ਆ? ਪਹਿਲੇ ਸਮਿਆਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ। ਹਾਂਜੀ, ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ। ਛੇਵਾਂ ਹੁਕਮ ਕੀ ਆ? ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਆ, ਉਵੇਂ ਤੁਸੀਂ ਵੀ ਆਪਣੀ ਸਾਰੀ ਚਾਲ ਵਿੱਚ ਕੀ ਬਣੋ? ਪਵਿੱਤਰ ਬਣੋ। ਪਹਿਲੇ ਸੀ ਵੇਖੇ 6 ਆਤਮਿਕ ਆਸ਼ਾ, ਸਭ ਤੋਂ ਮਹਾਨ ਆਸ਼ਾ, ਸਭ ਤੋਂ ਉੱਤਮ ਆਸ਼ਾ ਆਤਮਿਕ, ਸਰੀਰਿਕ ਨਹੀਂ। ਚੁਣੇ ਜਾਈਏ, ਜਿਉਂਦੀ ਆਸ ਮਿਲੇ, ਨਵੇਂ ਸਿਰਿਓਂ ਜਨਮ ਜੇ, ਅਧਿਕਾਰ ਮਿਲੇ, ਪ੍ਰਭੂ ਲਈ ਦੁੱਖ ਉਠਾਉਣ ਦਾ ਸੁਭਾਗ ਪ੍ਰਾਪਤ ਹੋਵੇ, ਔਰ ਸਾਡੇ ਤੇ ਮੁਕਤੀ ਦੀ ਕੀ ਹੋ ਜਾਵੇ? ਕਿਰਪਾ ਹੋ ਜਾਵੇ।
ਉਹਦੇ ਨਾਲ ਛੇਕ। ਹੁਣ ਤੁਸੀਂ ਆਪਣੇ ਲੱਕ ਕਿਹਦੇ ਨਾਲ ਬੰਨ ਲੈਣੇ ਨੇ? ਬੁੱਧ ਨਾਲ ਬੰਨ ਲੈਣਾ। ਸੁਚੇਤ ਰਹੋ, ਕਿਰਪਾ ਦੀ ਪੂਰੀ ਆਸ ਰੱਖਿਓ, ਆਗਿਆਕਾਰ ਬਣ ਜਾਇਓ ਤੇ ਆਪ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਕੀ ਨਾ ਕਰਿਓ, ਨਾ ਬਣਿਓ ਤੇ ਹੋਰ ਕੀ ਹੋ ਜਾਇਓ, ਪਵਿੱਤਰ ਹੋ ਜਾਓ। ਕਿਉਂ? ਜੋ ਤੁਹਾਡੇ ਸੱਦਣ ਵਾਲਾ ਵੀ ਕੀ ਆ? ਪਵਿੱਤਰ ਆ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਵੀ ਔਰ ਜਿੰਨੇ ਬਾਅਦ ਚ ਵੀ ਇਸ ਰਿਕਾਰਡਿੰਗ ਨੂੰ ਸੁਣਨ, ਉਹਨਾਂ ਸਭਨਾਂ ਨੂੰ ਇਹਨਾਂ ਵਚਨਾਂ ਦੁਆਰਾ ਆਸ਼ੀਸ਼ ਦੇ। ਤਾਂ ਇਹ ਥੋੜੀ ਦੇਰ ਅਸੀਂ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਪਿਤਾ ਪਰਮੇਸ਼ਰ। ਇਹਨਾਂ ਵਚਨਾਂ ਨੂੰ ਤਾਂ ਆਪਣੇ ਕਲੀਸਿਆ ਦੇ ਜੀਵਨ ਚ ਪੂਰਾ ਹੋਣ ਦੇ ਲਈ ਮਦਦ ਕਰ। ਇਹ ਆਤਮਿਕ ਆਸ਼ਾ ਔਰ ਇਹ ਹੁਕਮ ਮੰਨਣ ਦੇ ਲਈ ਤੂੰ ਪਿਤਾ ਜੀ ਇਹਨਾਂ ਦੀ ਮਦਦ ਕਰ। ਇਹ ਹਮੇਸ਼ਾ ਸਵਰਗ ਦੀ ਵੱਲ ਤੱਕਦੇ ਰਹਿਣ, ਇਹਨਾਂ ਸਵਰਗੀ ਆਸ਼ੀਸ਼ਾਂ ਦੀ ਵੱਲ ਤੱਕਦੇ ਰਹਿਣ ਪਿਤਾ, ਇਹਨਾਂ ਆਤਮਿਕ ਆਸ਼ਾ ਦੀ ਵੱਲ ਦੇਖਦੇ ਰਹਿਣ। ਸ਼ੈਤਾਨ ਸਰੀਰਕ ਆਸ਼ਾ ਦਾ ਲੋਭ ਲੈ ਕੇ, ਸਰੀਰਕ ਆਸ਼ਾ ਦਾ ਲਾਲਚ ਦੇ ਕੇ ਕਿਤੇ ਇਹਨਾਂ ਤੇਰੇ ਬੱਚਿਆਂ ਨੂੰ ਅਣਆਗਿਆਕਾਰੀ ਨਾ ਬਣਾ ਦੇ, ਪਹਿਲੇ ਸਮੇਂ ਦੀਆਂ ਕਾਮਨਾ ਦੇ ਅਨੁਸਾਰ ਜੀਵਨ ਕੱਟਣ ਵਾਲੇ ਨਾ ਬਣਾ ਦੇ। ਹਾਲੇਲੂਇਆ। तो ये गीत गावांगे, गीत नंबर 26। शून्य से लेकर तूने मुझे रच लिया अपने ही रूप में। शून्य से लेकर तूने मुझे रच लिया अपने ही रूप में। प्रेम किया है अनंत प्रेम से, दिया पुत्र मेरी मुक्ति के लिए। अनोखा प्यार है तेरा, करूंगा स्तुति तेरी मैं सर्वदा। अनोखा प्यार है तेरा, करूंगा स्तुति तेरी मैं सर्वदा। शून्य से लेकर तूने मुझे रच लिया अपने ही रूप में। शून्य से लेकर तूने मुझे रच लिया अपने ही रूप में। प्रेम किया है अनंत प्रेम से, दिया पुत्र मेरी मुक्ति के लिए। अनोखा प्यार है तेरा, करूंगा स्तुति तेरी मैं सर्वदा। अनोखा प्यार है तेरा, करूंगा स्तुति तेरी मैं सर्वदा। जग में आया यीशु स्वर्ग छोड़ कर, मेरा सारा दंड सह लिया उसने। जग में आया यीशु स्वर्ग छोड़ कर, मेरा सारा दंड सह लिया उसने। तोड़े खाकर क्रूस उठाकर यीशु ने मुझे मुक्ति और सच्चाई दे दी है। अनोखा प्यार है तेरा, करूंगा स्तुति तेरी मैं सर्वदा। अनोखा प्यार है तेरा, करूंगा स्तुति तेरी मैं सर्वदा। अविनाशी अनंत तेरा, धन्य संगत यीशु के साथ। अविनाशी अनंत तेरा, धन्य संगत यीशु के साथ। स्वर्ग में धन्य तेरी सदा, पाएंगे यीशु से जलाली का। अनोखा प्यार है तेरा, करूंगा स्तुति तेरी मैं सर्वदा। अनोखा प्यार है तेरा, करूंगा स्तुति तेरी मैं सर्वदा। करूंगा स्तुति तेरी मैं सर्वदा, करूंगा स्तुति तेरी मैं सर्वदा। तो आइए प्रार्थना करेंगे।
ਸਰਵਸ਼ਕਤੀਮਾਨ ਦਿਆਲੂ ਪਿਤਾ, ਅਸੀਂ ਤੁਹਾਡੇ ਧੰਨਵਾਦੀ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ। ਪਿਤਾ, ਇੱਕ ਵਾਰੀ ਫੇਰ ਤੇਰੇ ਕਦਮਾਂ 'ਚ ਅਸੀਂ ਬੈਠੇ, ਤੇਰੀ ਮਹਿਮਾ ਕੀਤੀ, ਜੋ ਆਰਾਧਨਾ ਪ੍ਰਾਰਥਨਾ ਕੀਤੀ ਪਿਤਾ ਸਭ ਤੋਂ ਕਬੂਲ ਕਰੀ। ਔਰ ਅੱਜ ਦੇ ਵਚਨ ਦੁਆਰਾ ਤੁਸੀਂ ਸਾਡੇ ਇੱਕ ਇੱਕ ਨਾਲ ਫੇਰ ਬੋਲੇ ਔਰ ਗੱਲਬਾਤ ਕੀਤੀ ਪਿਤਾ। ਅੱਜ ਦੇ ਵਚਨ ਦੁਆਰਾ ਤੁਸੀਂ ਸਾਡਾ ਧਿਆਨ ਪਿਤਾ ਜੀ ਆਤਮਿਕ ਆਸ਼ਾਂ ਦੇ ਵੱਲ ਕੇਂਦਰਿਤ ਕਰਨ ਨੂੰ ਕਿਹਾ। ਅਸੀਂ ਇਹਨਾਂ ਸਰੀਰ ਦੀਆਂ ਆਸ਼ਾਂ ਦੇ ਪਿੱਛੇ ਨਹੀਂ ਬਲਕਿ ਆਤਮਿਕ ਆਸ਼ਾਂ ਦੇ ਪਿੱਛੇ ਪਈਏ ਪਿਤਾ, ਔਰ ਆਪਣੇ ਆਪ ਨੂੰ ਸੁਚੇਤ ਰੱਖੀਏ ਔਰ ਬੁੱਧ ਦੇ ਨਾਲ ਆਪਣੀ ਕਮਰ ਬਣੀਏ, ਕਿਰਪਾ ਦੀ ਪੂਰੀ ਆਸ ਰੱਖੀਏ, ਆਗਿਆਕਾਰੀ ਬਣੀਏ ਔਰ ਪੁਰਾਣੇ ਸਮੇਂ ਜਾਂ ਪੁਰਾਣੇ ਸੁਭਾਅ ਦੇ ਅਨੁਸਾਰ ਨਾ ਚੱਲੀਏ, ਸਗੋਂ ਹੋਰ ਵੀ ਪਵਿੱਤਰ ਹੁੰਦੇ ਜਾਈਏ। ਪਿਤਾ, ਤੇਰੇ ਨਾਲ ਅੱਛੇ ਵਚਨਾਂ ਦੇ ਲਈ ਤੇਰਾ ਧੰਨਵਾਦ। ਜਿਨ੍ਹਾਂ ਵੀ ਤੇਰੇ ਬੱਚਿਆਂ ਨੇ ਇਹ ਵਚਨ ਨੂੰ ਸੁਣਿਆ ਜਾਂ ਉਹਨਾਂ ਸਭਨਾਂ ਤੇ ਇਹ ਵਚਨ ਪਿਤਾ ਜੀ ਉਹਨਾਂ ਦੇ ਜੀਵਨਾਂ 'ਚ ਕੰਮ ਕਰੇ ਔਰ 100 ਗੁਣਾ ਆਸ਼ੀਸ਼ ਲੈ ਕੇ ਆਵੇ ਪਿਤਾ। ਖਾਸ ਕਰਕੇ ਇਹ ਆਤਮਿਕ ਆਸ਼ੀਸ਼ ਤੇਰੇ ਬੱਚਿਆਂ ਦੇ ਜੀਵਨ 'ਚ ਆਏ ਪਿਤਾ। ਪ੍ਰਾਰਥਨਾ ਕਰਦੇ ਆ ਸਭ ਗੱਲਾਂ ਨੂੰ ਤਾਂ ਆਪਣੇ ਹੱਥਾਂ 'ਚ ਲਿਆ, ਤੇਰੀ ਕਿਰਪਾ ਬਣੀ ਰਹੀ। ਧੰਨਵਾਦ ਦੇ ਨਾਲ ਇਸ ਪ੍ਰਾਰਥਨਾ ਨੂੰ ਸਮਾਪਤ ਕਰਦੇ ਹੋਏ ਸਭ ਗੱਲਾਂ ਤੁਹਾਡੇ ਬੇਟੇ ਆਪਣੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਔਰ ਉਹਦੇ ਹੱਥਾਂ 'ਚ ਦਿੰਦੇ ਹੋਏ ਉਹਦੇ ਨਾਮ 'ਚ ਮੰਗਦੇ ਆ, ਆਮੀਨ। ਹਾਲੇਲੂਇਆ, 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 ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਇਤਵਾਰ ਫਿਰ 11 ਵਜੇ ਠੀਕ ਅਸੀਂ ਪਰਮੇਸ਼ਰ ਦੇ ਵਚਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲੇ, ਸਭ ਦੀ ਮਦਦ ਕਰੇ, ਆਮੀਨ।